Hello guys, welcome back on my YouTube channel. You are watching Commerce EduTech and my name is Harpreet Singh. Today we are going to discuss a new topic from Plus One Business Studies and the topic is merits and limitations of partnership business and LLP. ਇਸ ਬਿਜ਼ਨਸ ਨੂੰ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆ ਆਪਣੇ ਪ੍ਰੀਵੀਅਸ ਲੈਕਚਰ ਦੇ ਅੰਦਰ ਕਿ ਪਾਰਟਨਰਸ਼ਿਪ ਬਿਜ਼ਨਸ ਕੀ ਹੁੰਦਾ ਹੈ। ਠੀਕ ਹੈ, ਲਿਮਿਟਿਡ ਲਾਇਬਿਲਿਟੀ ਪਾਰਟਨਰਸ਼ਿਪ ਅੱਜ ਆਪਾਂ ਡਿਸਕਸ ਕਰਨਾ ਹੈ ਕਿ ਇਹ ਕਿਸ ਤਰ੍ਹਾਂ ਦਾ ਬਿਜ਼ਨਸ ਹੈ। ਸੋ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਮੈਰਿਟਸ ਆਫ ਪਾਰਟਨਰਸ਼ਿਪ ਬਿਜ਼ਨਸ। ਆਪਾਂ ਇਸ ਦੇ ਫੀਚਰਸ ਆਲਰੇਡੀ ਡਿਸਕਸ ਕਰ ਚੁੱਕੇ ਪ੍ਰੀਵੀਅਸ ਲੈਕਚਰ ਦੇ ਅੰਦਰ ਕਿ ਪਾਰਟਨਰਸ਼ਿਪ ਬਿਜ਼ਨਸ ਕੀ ਹੁੰਦਾ ਹੈ, ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ, ਇਸ ਦੇ ਫੀਚਰਸ ਕੀ ਹੁੰਦੇ ਆ। ਅੱਜ ਆਪਾਂ ਇਸ ਦੇ ਮੈਰਿਟਸ ਔਰ ਡੀਮੈਰਿਟਸ ਦੇਖਣੇ ਆ। ਦੇਖੋ, ਅਗਰ ਅਸੀਂ ਇਸ ਦੀਆਂ ਮੈਰਿਟਸ ਦੇਖਣੀਆਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਪਊਗਾ ਕਿ ਸੋਲ ਪ੍ਰੋਪਰਾਈਟਰਸ਼ਿਪ ਦੇ ਨਾਲ ਇਹ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਿਵੇਂ ਰੱਖਦਾ। ਆਪਾਂ ਇਸ ਦੀਆਂ ਜੋ ਮੈਰਿਟਸ ਡੀਮੈਰਿਟਸ ਹੈ ਆਪਾਂ ਉਹਨਾਂ ਬਿਜ਼ਨਸਿਸ ਦੇ ਨਾਲ ਇਸ ਨੂੰ ਕੰਪੇਅਰ ਕਰਾਂਗੇ। ਸੋ ਫਸਟ ਹੈ ਈਜ਼ੀ ਫਾਰਮੇਸ਼ਨ ਡਿਊ ਟੂ, ਕਿਉਂਕਿ ਪ੍ਰਾਈਵੇਟ ਬਿਜ਼ਨਸ ਹੈ, ਕਿਉਂਕਿ ਇਹਦੇ ਉੱਪਰ ਕੋਈ ਲੀਗਲ ਫਾਰਮੈਲਿਟੀਜ਼ ਜ਼ਿਆਦਾ ਨਹੀਂ ਹੈਗੀਆਂ ਲਾਈਕ ਕੰਪਨੀ ਐਕਟ। ਅਗਰ ਕੰਪਨੀ ਸਟਾਰਟ ਕਰਨੀ ਹੋਵੇ ਤਾਂ ਦੇਅਰ ਆਰ ਮੈਨੀ ਕਾਈਂਡ ਆਫ ਫਾਰਮੈਲਿਟੀਜ਼ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਜਦੋਂ ਅਸੀਂ ਕੰਪਨੀ ਬਿਜ਼ਨਸ ਸਟਾਰਟ ਕਰਨਾ। ਲੇਕਿਨ ਪਾਰਟਨਰਸ਼ਿਪ ਬਿਜ਼ਨਸ ਕਿਉਂਕਿ ਇੱਕ ਪਿਓਰਲੀ ਪ੍ਰਾਈਵੇਟ ਬਿਜ਼ਨਸ ਹੈ, ਇਸ ਕਰਕੇ ਕੀ ਹੈ ਦੇਅਰ ਆਰ ਵੈਰੀ ਫਿਊ ਲੀਗਲ ਫਾਰਮੈਲਿਟੀਜ਼। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਸ ਦੇ ਅੰਦਰ ਫਾਰਮੈਲਿਟੀਜ਼ ਹੈ ਹੀ ਨਹੀਂ, ਬਹੁਤ ਘੱਟ ਫਾਰਮੈਲਿਟੀਜ਼ ਨੇ ਵਿਚ ਟੂ ਬੀ ਫੁਲਫਿਲ ਟੂ ਸਟਾਰਟ ਦਾ ਬਿਜ਼ਨਸ। ਸੋ ਇਟ ਇਜ਼ ਈਜ਼ੀ ਟੂ ਸਟਾਰਟ, ਜਸਟ ਲਾਈਕ ਸੋਲ ਪ੍ਰੋਪਰਾਈਟਰਸ਼ਿਪ ਦੀ ਤਰ੍ਹਾਂ ਇਸ ਨੂੰ ਵੀ ਸਟਾਰਟ ਕਰਨਾ ਈਜ਼ੀ ਹੈ। ਨੈਕਸਟ ਹੈ ਬੈਲੈਂਸਡ ਡਿਸੀਜ਼ਨ। ਹੁਣ ਦੇਖੋ, ਬੈਲੈਂਸਡ ਡਿਸੀਜ਼ਨ ਕਿਹੜਾ ਹੁੰਦਾ ਹੈ। ਅਗਰ ਇੱਕੋ ਹੀ ਪਰਸਨ ਡਿਸੀਜ਼ਨ ਲੈਂਦਾ ਹੈ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਓਵਰਬਰਡਨ ਹੋਣ ਕਾਰਨ ਉਹਦਾ ਜੋ ਡਿਸੀਜ਼ਨ ਹੈ ਉਹ ਸਹੀ ਨਹੀਂ ਹੋ ਸਕੂਗਾ, ਸਮ ਟਾਈਮ ਇਹ ਪ੍ਰੋਬਲਮ ਆ ਜਾਂਦੀ ਹੈ। ਲੇਕਿਨ ਜਿੱਥੇ ਤੁਹਾਡੇ ਕੋਲ ਪਾਰਟਨਰਸ ਨੇ, ਇੱਕ ਦੋ ਪਾਰਟਨਰ ਹੈ, ਦੋ ਤੋਂ ਜ਼ਿਆਦਾ ਪਾਰਟਨਰ ਹੈ, ਤਾਂ ਉਹ ਡਿਸੀਜ਼ਨ ਕਿਵੇਂ ਲੈਂਦੇ ਆ। ਡਿਸੀਜ਼ਨਸ ਆਰ ਟੇਕਨ ਕਲੈਕਟਿਵਲੀ ਵਿਦ ਦ ਕੰਸੈਂਟ ਆਫ ਆਲ ਦੀ ਪਾਰਟਨਰਸ। ਹੁਣ ਇੱਥੇ ਡਿਸੀਜ਼ਨ ਸਾਰੇ ਦੇ ਸਾਰੇ ਪਾਰਟਨਰ ਆਪਸ ਦੇ ਵਿੱਚ ਮਿਲ ਕੇ ਲੈਂਦੇ ਆ। ਸੋ ਹੂ ਆਰ ਕੁਆਲੀਫਾਈਡ ਇਨ ਡਿਫਰੈਂਟ ਫੀਲਡ ਆਫ ਨੌਲੇਜ, ਜੋ ਕਿ ਅਲੱਗ-ਅਲੱਗ ਆਪਣੀ ਆਪਣੀ ਫੀਲਡ ਦੇ ਵਿੱਚ ਐਕਸਪਰਟ ਪਰਸਨਸ ਨੇ। ਜਦੋਂ ਉਹ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਡਿਸੀਜ਼ਨ ਲੈਂਦੇ ਆ ਤਾਂ ਉਹ ਕੀ ਹੋਏਗਾ, ਬੈਲੈਂਸਡ ਡਿਸੀਜ਼ਨ ਹੋਏਗਾ। ਕਿਉਂਕਿ ਵਨ ਪਰਸਨ, ਅਸੀਂ ਗੱਲ ਕੀਤੀ ਸੀ ਸੋਲ ਪ੍ਰੋਪਰਾਈਟਰਸ਼ਿਪ ਦੀ, ਕਿ ਇੱਕ ਪਰਸਨ ਸਾਰੇ ਏਰੀਆਜ਼ ਦੇ ਵਿੱਚ ਐਕਸਪਰਟ ਨਹੀਂ ਹੋ ਸਕਦਾ। ਉਸ ਦਾ ਜੋ ਡਿਸੀਜ਼ਨ ਹੈ ਕੁਆਇਟ ਪੋਸੀਬਲ ਹੈ ਕਿ ਉਸਨੇ ਇੱਕ ਏਰੀਏ ਨੂੰ, ਇੱਕ ਦਾਇਰੇ ਨੂੰ ਸੋਚ ਕੇ ਉਹ ਡਿਸੀਜ਼ਨ ਲੈ ਲਿਆ ਔਰ ਉਹ ਠੀਕ ਸੀ, ਲੇਕਿਨ ਉਹੀ ਡਿਸੀਜ਼ਨ ਇਫੈਕਟ ਕਰ ਜੂਗਾ ਦੂਸਰੇ ਕਿਸੇ ਡਾਇਮੈਂਸ਼ਨ ਆਫ ਇਨਵਾਇਰਮੈਂਟ ਨੂੰ ਜਿਸ ਦੀ ਉਸਨੂੰ ਨੌਲੇਜ ਨਹੀਂ ਹੈ। ਸਪੋਜ਼ ਕਰੋ ਉਸ ਨੂੰ ਟੈਕਨੀਕਲ ਨੌਲੇਜ ਜ਼ਿਆਦਾ ਨਹੀਂ ਹੈ, ਹੋ ਸਕਦਾ ਕਿ ਉਸਨੂੰ ਟੈਕਸੇਸ਼ਨ ਦੀ ਨੌਲੇਜ ਜ਼ਿਆਦਾ ਨਹੀਂ ਹੋਵੇ, ਤਾਂ ਇਸ ਕਰਕੇ ਉਹਦਾ ਡਿਸੀਜ਼ਨ ਜਿਹੜਾ ਹੈ ਉਹ ਬੈਲੈਂਸਡ ਨਹੀਂ ਹੋ ਪਾਊਗਾ। ਸੋ ਬੈਲੈਂਸਡ ਡਿਸੀਜ਼ਨ ਦੇ ਲਈ ਕੀ ਹੋਊਗਾ, ਤੁਹਾਡੇ ਕੋਲ ਡਿਫਰੈਂਟ ਕਾਈਂਡ ਆਫ ਪਰਸਨਸ ਹੋਣੇ ਚਾਹੀਦੇ ਆ ਜੋ ਕਿ ਆਪਣੀ ਆਪਣੀ ਫੀਲਡ, ਅਲੱਗ-ਅਲੱਗ ਫੀਲਡ ਦੇ ਵਿੱਚ ਐਕਸਪਰਟ ਪਰਸਨ ਹੋਣੇ ਚਾਹੀਦੇ ਆ। ਜਦੋਂ ਸਾਰੇ ਮਿਲ ਕੇ ਡਿਸੀਜ਼ਨ ਲੈਂਦੇ ਆ ਤਾਂ ਉਹ ਕੀ ਹੋਏਗਾ, ਇੱਕ ਬੈਲੈਂਸਡ ਡਿਸੀਜ਼ਨ ਹੋਏਗਾ। ਥਰਡ ਹੈ ਮੋਰ ਫਾਈਨੈਂਸ਼ੀਅਲ ਰਿਸੋਰਸਿਸ। ਕਿਉਂਕਿ ਸੋਲ ਪ੍ਰੋਪਰਾਈਟਰਸ਼ਿਪ ਦੇ ਅੰਦਰ ਕੀ ਸੀ, ਇੱਕੋ ਹੀ ਪਰਸਨ ਦੀ ਸਾਰੀ ਜ਼ਿੰਮੇਵਾਰੀ ਕਿ ਉਹੀ ਕੈਪੀਟਲ ਜਿਹੜੀ ਹੈ ਕੰਟਰੀਬਿਊਟ ਕਰੂਗਾ, ਕਿਤੋਂ ਨਾ ਕਿਤੋਂ ਜੋ ਪੈਸਾ ਚਾਹੀਦਾ ਬਿਜ਼ਨਸ ਨੂੰ ਅਰੇਂਜ ਕਰੇਗਾ, ਚਾਹੇ ਉਹ ਲੋਨ ਲਵੇ ਚਾਹੇ ਉਹ ਕੁਛ ਕਰੇ। ਲੇਕਿਨ ਇੱਥੇ ਕੀ ਆ, ਮੋਰ ਫਾਈਨੈਂਸ਼ੀਅਲ ਰਿਸੋਰਸਿਸ। In this kind of business, capital is invested by the partners. So there are more financial resources in this kind of business as compared to sole trader business. मैं क्या सी ਆਪਾਂ ਉਸ ਨੂੰ ਕੰਪੇਅਰ ਕਰਕੇ ਚੱਲਾਂਗੇ। ਅਗਰ ਇਸ ਨੂੰ ਅਸੀਂ ਪਾਰਟਨਰਸ਼ਿਪ ਨੂੰ ਅਗਰ ਅਸੀਂ ਕੰਪਨੀ ਨਾਲ ਕੰਪੇਅਰ ਕਰਕੇ ਚੱਲਦੇ ਹਾਂ ਫਿਰ ਇਹ ਪੁਆਇੰਟ ਨਹੀਂ ਆਊਗਾ, ਕਿਉਂਕਿ ਕੰਪਨੀ ਕੋਲ ਇਸ ਤੋਂ ਵੀ ਜ਼ਿਆਦਾ ਸੋਰਸ ਹੁੰਦੇ ਆ ਫਾਈਨਾਂਸ ਇਕੱਠਾ ਕਰਨ ਦੇ। ਲੇਕਿਨ ਸੋਲ ਪ੍ਰੋਪਰਾਈਟਰ ਉਹਦੇ ਕੋਲ ਲਿਮਿਟਡ ਫਾਈਨਾਂਸ ਹੈ। ਲੇਕਿਨ ਪਾਰਟਨਰਸ਼ਿਪ ਬਿਜ਼ਨਸ ਦੇ ਵਿੱਚ ਜਿੰਨੇ ਜ਼ਿਆਦਾ ਪਾਰਟਨਰ ਹੋਣਗੇ ਉਨਾ ਹੀ ਵਾਈਡਰ ਸੋਰਸ ਆਫ ਜਿਹੜਾ ਹੈ ਫਾਈਨਾਂਸ ਉਹ ਬਣ ਸਕੇਗਾ। ਨੈਕਸਟ ਹੈ ਡਿਵੀਜ਼ਨ ਆਫ ਰਿਸਕ। ਜਦੋਂ ਤੁਸੀਂ ਕੈਪੀਟਲ ਆਪਸ ਦੇ ਵਿੱਚ ਵੰਡ ਲਈ ਤਾਂ ਤੁਸੀਂ ਕੀ ਕਰੋਗੇ, ਜੋ ਬਿਜ਼ਨਸ ਦਾ ਰਿਸਕ ਹੈ ਉਹ ਵੀ ਇਕੱਲੇ ਪਰਸਨ ਨੂੰ ਨਹੀਂ ਬੀਅਰ ਕਰਨਾ ਪਏਗਾ, ਜਿਵੇਂ ਕਿ ਸੋਲ ਟਰੇਡਰ ਜਿਹੜਾ ਹੈ ਉਹ ਇਕੱਲਾ ਹੀ ਬੀਅਰ ਕਰਦਾ ਸੀ। ਬਟ ਇਨ ਦਿਸ ਕਾਈਂਡ ਆਫ ਬਿਜ਼ਨਸ ਰਿਸਕ ਆਲਸੋ ਡਿਵਾਈਡ ਇਨ ਨੰਬਰ ਆਫ ਪਰਸਨਸ। ਸੋਲ ਟਰੇਡਰ ਦੇਖੋ ਇਕੱਲਾ ਹੀ ਉਹ ਰਿਸਕ ਨੂੰ ਬੀਅਰ ਕਰਦਾ ਸੀ, ਲੇਕਿਨ ਜੋ ਪਾਰਟਨਰਸ਼ਿਪ ਬਿਜ਼ਨਸ ਹੈ ਇਹਦੇ ਅੰਦਰ ਜੋ ਰਿਸਕ ਹੈ ਉਹ ਨੰਬਰ ਆਫ ਪਰਸਨਸ ਦੇ ਅੰਦਰ ਡਿਵਾਈਡ ਹੋ ਜਾਂਦਾ ਹੈ। ਸੋ ਇਟ ਇਜ਼ ਯੂਜ਼ਫੁਲ ਫॉर द ਬਿਜ਼ਨਸ ਵਿਦ ਗ੍ਰੇਟਰ ਰਿਸਕ। ਹੁਣ ਜਿਸ ਬਿਜ਼ਨਸ ਦੇ ਅੰਦਰ ਜ਼ਿਆਦਾ ਰਿਸਕ ਹੈ ਉਸ ਕਾਈਂਡ ਆਫ ਜਿਹੜਾ ਤੁਹਾਡਾ ਕੰਮ ਹੈ ਉਹਦੇ ਲਈ ਇਹ ਜ਼ਿਆਦਾ ਬੈਨੀਫੀਸ਼ੀਅਲ ਕਾਈਂਡ ਆਫ ਬਿਜ਼ਨਸ ਹੈ। ਨੈਕਸਟ ਹੈ ਸੀਕ੍ਰੇਸੀ।
ਕਿਉਂਕਿ ਕੰਪਨੀ ਦੀ ਤਰ੍ਹਾਂ ਪਾਰਟਨਰਸ਼ਿਪ ਬਿਜ਼ਨਸ ਨੂੰ ਆਪਣੇ ਜੋ ਅਕਾਊਂਟਸ ਹੈ ਇਹ ਪਬਲਿਕਲੀ ਪਬਲਿਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬਾਏ ਲਾਅ ਇਹਨਾਂ ਦੇ ਉੱਪਰ ਰਿਕੁਆਇਰਮੈਂਟ ਨਹੀਂ ਹੈ। ਇਸ ਕਰਕੇ ਜਦੋਂ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਹੈ, ਆਪਣੀ ਬੈਲੈਂਸ ਸ਼ੀਟਸ ਨੇ, ਆਪਣੀਆਂ ਐਨੂਅਲ ਇਨਫੋਰਮੇਸ਼ਨਸ ਹੈ, ਉਹ ਤੁਸੀਂ ਪਬਲਿਕਲੀ ਉਹਨੂੰ ਪਬਲਿਸ਼ ਨਹੀਂ ਕਰਨਾ, ਤਾਂ ਉੱਥੇ ਕੀ ਹੈ, ਸੀਕ੍ਰੇਸੀ ਜ਼ਿਆਦਾ ਹੋਏਗੀ। ਸੋ ਮੋਰ ਸੀਕ੍ਰੇਸੀ ਕੁਡ ਮੇਨਟੇਨ as compared to company kind of business. Next point है direct relation between efforts and reward। क्योंकि एक प्राइवेट सैक्टर है, प्योर प्राइवेट सैक्टर है, ਇਹਦੇ ਅੰਦਰ ਕੀ ਹੋਏਗਾ, ਜਿਵੇਂ ਸੋਲ ਪ੍ਰੋਪਰਾਈਟਰ ਦੀ ਅਸੀਂ ਗੱਲ ਕਰਦੇ ਹਾਂ ਕਿ ਉਹ ਜਿੰਨਾ ਜ਼ਿਆਦਾ ਕੰਮ ਕਰੂਗਾ, ਜਿੰਨਾ ਜ਼ਿਆਦਾ ਰਿਸਕ ਲੈ ਸਕਦਾ ਹੈ, ਉਨੇ ਹੀ ਜ਼ਿਆਦਾ ਚਾਂਸਸ ਆਫ ਪ੍ਰੋਫਿਟ ਵੀ ਹੈ। ਇੱਥੇ ਵੀ ਸੇਮ ਹੈ। ਡਿਊ ਟੂ ਪ੍ਰਾਈਵੇਟ ਸੈਕਟਰ ਪਾਰਟਨਰਸ ਡੂ ਮੋਰ ਐਫਰਟਸ ਟੂ ਅਰਨ ਮੋਰ ਪ੍ਰੋਫਿਟਸ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨੀ ਜ਼ਿਆਦਾ ਮਿਹਨਤ ਕਰਨਗੇ ਉਨਾ ਹੀ ਜ਼ਿਆਦਾ ਪ੍ਰੋਫਿਟ ਵੀ ਕਮਾ ਸਕਦੇ ਆ। ਇਸ ਕਰਕੇ ਕੀ ਹੋਏਗਾ, ਡਾਇਰੈਕਟ ਰਿਲੇਸ਼ਨ ਹੈ ਬਿਟਵੀਨ ਦ ਐਫਰਟਸ ਐਂਡ ਰਿਵਾਰਡ। ਜਸਟ ਲਾਈਕ ਇੱਕ ਸਟੂਡੈਂਟ ਲਾਈਫ ਦੀ ਅਸੀਂ ਗੱਲ ਕਰੀਏ ਤੇ ਇੱਕ ਸਟੂਡੈਂਟ ਜੋ ਹੈ ਜਿੰਨੀ ਜ਼ਿਆਦਾ ਮਿਹਨਤ ਕਰੂਗਾ ਉਨੇ ਉਸਦੇ ਮਾਰਕਸ ਆ ਜਾਣਗੇ। ਠੀਕ ਹੈ, ਇਸੇ ਤਰ੍ਹਾਂ ਹੀ ਪਾਰਟਨਰਸ ਨੂੰ ਪਤਾ ਹੈ ਕਿ ਜਿੰਨੀ ਜ਼ਿਆਦਾ ਮਿਹਨਤ ਕਰ ਲਾਂਗੇ ਉਨਾ ਹੀ ਜ਼ਿਆਦਾ ਪ੍ਰੋਫਿਟ ਅਰਨ ਕਰਨ ਦੇ ਚਾਂਸਸ ਵੀ ਹੋਣਗੇ। ਨੈਕਸਟ ਹੈ ਆਪਣੇ ਕੋਲ ਮੋਰ ਪੋਸੀਬਿਲਿਟੀਜ਼ ਆਫ ਗਰੋਥ ਐਂਡ ਐਕਸਪੈਂਸ਼ਨ। ਕਿਉਂਕਿ ਦੇਖੋ ਅਸੀਂ ਪਹਿਲਾ ਪੁਆਇੰਟ ਕੀਤਾ ਕਿ ਜਿੰਨੀ ਜ਼ਿਆਦਾ ਮਿਹਨਤ ਕਰੋਗੇ, ਜਿੰਨਾ ਹਾਰਡ ਵਰਕ ਕਰੋਗੇ, ਉਨੀ ਹੀ ਜ਼ਿਆਦਾ ਅਰਨਿੰਗ ਹੋ ਸਕਦੀ ਹੈ। ਸੋ ਇਹ ਉਸੇ ਨਾਲ ਕੋਰਿਲੇਟ ਕਰਦਾ ਹੈ ਮੋਰ ਪੋਸੀਬਿਲਿਟੀ ਆਫ ਗਰੋਥ ਐਂਡ ਐਕਸਪੈਂਸ਼ਨ। ਜਿੰਨੀ ਜ਼ਿਆਦਾ ਫਿਰ ਅਰਨਿੰਗ ਹੋਊਗੀ ਓਨੇ ਹੀ ਚਾਂਸਸ ਰਹਿਣਗੇ ਆਪਣੀ ਗਰੋ ਕਰਨ ਦੇ, ਓਨੇ ਹੀ ਚਾਂਸ ਰਹਿਣਗੇ ਆਪਣਾ ਬਿਜ਼ਨਸ ਐਕਸਪੈਂਡ ਕਰਨ ਦੇ। ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ, ਗਰੋਥ ਐਂਡ ਐਕਸਪੈਂਸ਼ਨ ਦੋਨੋਂ ਇੱਕੋ ਹੀ ਕੋਰਿਲੇਟ ਕਰਦੀਆਂ। ਅਗਰ ਅਸੀਂ ਗਰੋਥ ਦੇ ਨਾਲ ਆਪਣੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਉਹ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ, ਲੇਕਿਨ ਗਰੋਥ ਐਕਸਪੈਂਸ਼ਨ ਨੂੰ ਹੀ ਦਰਸਾਉਂਦੀ ਆ ਡਿਊ ਟੂ ਮੋਰ ਕੈਪੀਟਲ ਕੰਟਰੀਬਿਊਸ਼ਨ। ਕਿਉਂਕਿ ਜ਼ਿਆਦਾ ਪਾਰਟਨਰਸ ਹੈ, ਜ਼ਿਆਦਾ ਕੈਪੀਟਲ ਆ ਸਕਦੀ ਹੈ। ਸੋ ਤੁਹਾਡੇ ਕੋਲ ਜ਼ਿਆਦਾ ਮੈਨੇਜਰੀਅਲ ਐਫੀਸ਼ੀਐਂਸੀ ਵੀ ਆ ਗਈ। ਸੋ ਇਸ ਦੇ ਨਾਲ ਕੀ ਹੋ ਸਕਦਾ, ਤੁਸੀਂ ਵੱਡੇ ਪ੍ਰੋਜੈਕਟਸ ਦੇ ਵਿੱਚ ਆਪਣੀ ਹਿੱਸੇਦਾਰੀ ਕਰ ਸਕਦੇ ਹੋ, ਵੱਡੇ ਪ੍ਰੋਜੈਕਟ 'ਚ ਪੈਸਾ ਲਗਾ ਸਕਦੇ ਹੋ। ਸੋ ਇੱਥੇ ਕੀ ਆ, ਮੋਰ ਚਾਂਸਸ ਆਫ ਗਰੋਥ ਐਂਡ ਐਕਸਪੈਂਸ਼ਨ, ਕਿ ਬਿਜ਼ਨਸ ਜ਼ਿਆਦਾ ਐਕਸਪੈਂਡ ਕਰ ਪਾਊਗਾ, ਬਿਜ਼ਨਸ ਜ਼ਿਆਦਾ ਡਿਵੈਲਪ ਵੀ ਕਰ ਸਕਦਾ। ਤੁਸੀਂ ਨਵੀਂ ਟੈਕਨੀਕ ਨੂੰ ਅਡੋਪਟ ਕਰ ਸਕਦੇ ਹੋ। ਜਿਵੇਂ ਜਸਟ ਲਾਈਕ ਜਿਵੇਂ ਐਂਡਰੋਇਡ ਸਿਸਟਮ ਕਿਸੇ ਟਾਈਮ ਮਾਰਕੀਟ 'ਚ ਆਇਆ, ਜਿਸ ਬਿਜ਼ਨਸ ਕੋਲ ਉਹਨੂੰ ਅਡੋਪਟ ਕਰਨ ਦੇ ਪੈਸੇ ਸੀ ਉਹਨੇ ਅਡੋਪਟ ਕੀਤਾ, ਉਸ ਨੇ ਬੈਨੀਫਿਟ ਲੈ ਲਿਆ। ਹੁਣ ਪੈਸਾ ਕਿਸ ਬਿਜ਼ਨਸ ਕੋਲ ਜ਼ਿਆਦਾ ਆਊਗਾ, ਜਿਹਦੇ ਕੋਲ ਮੋਰ ਸੋਰਸਸ ਆਫ ਫਾਈਨਾਂਸ ਹੋਣਗੇ, ਉੱਥੋਂ ਉਸਨੇ ਪੈਸਾ ਰੇਜ਼ ਕਰ ਲਿਆ। ਹੁਣ ਅਗਰ ਅਸੀਂ ਸੋਲ ਪ੍ਰੋਪਰਾਈਟਰ ਦੀ ਗੱਲ ਕਰੀਏ ਤਾਂ ਉਹਦੇ ਕੋਲ ਤਾਂ ਸੋਰਸ ਹੈ ਨਹੀਂ ਜ਼ਿਆਦਾ, ਉਹਦੇ ਕੋਲ ਇਕੱਲਾ ਸੋਰਸ ਹੈ ਪੈਸਾ ਅਰੇਂਜ ਕਰਨ ਦਾ, ਇਕੱਲਾ ਮਾਲਕ। ਹੁਣ ਪਾਰਟਨਰਸ਼ਿਪ ਬਿਜ਼ਨਸ ਦੇ ਅੰਦਰ ਅਗਰ 10 ਪਾਰਟਨਰ ਕੰਮ ਕਰ ਰਹੇ ਆ ਤਾਂ ਉਹ 10 ਸੋਰਸ ਨੇ ਉਹਨਾਂ ਦੇ ਫਾਈਨਾਂਸ ਰੇਜ਼ ਕਰਨ ਦੇ। ਤਾਂ ਇਸ ਕਰਕੇ ਕੀ ਆ, ਉੱਥੇ ਤੁਸੀਂ ਉਸ ਚੀਜ਼ ਨੂੰ ਅਡੋਪਟ ਕਰ ਸਕਦੇ ਹੋ, ਨਵੀਂ ਟੈਕਨੋਲੋਜੀ ਨੂੰ ਅਡੋਪਟ ਕਰ ਸਕਦੇ ਹੋ, ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ ਸਕਦੇ ਹੋ, ਆਪਣੀ ਮਾਰਕੀਟ ਨੂੰ ਵਾਈਡ ਕਰ ਸਕਦੇ ਹੋ, ਆਪਣੇ ਪ੍ਰੋਡਕਟ ਦੀ ਵੈਰਾਈਟੀ ਨੂੰ ਜ਼ਿਆਦਾ ਵਧਾ ਸਕਦੇ ਹੋ। ਸੋ ਕੀ ਹੈ, ਗਰੋਥ ਐਂਡ ਐਕਸਪੈਂਸ਼ਨ ਦੇ ਚਾਂਸਸ ਉੱਥੇ ਜ਼ਿਆਦਾ ਹੋਣਗੇ। ਲੇਕਿਨ ਅਪਾਰਟ ਫਰੋਮ ਥੀਜ਼ ਐਡਵਾਂਟੇਜਸ there are some limitations of this kind of business। ਕੁਛ ਲਿਮਿਟੇਸ਼ਨਸ ਵੀ ਇਹਦੀਆਂ ਹੈਗੀਆਂ। ਕਿਹੜੀਆਂ ਲਿਮਿਟੇਸ਼ਨਸ ਨੇ? ਫਸਟ ਹੈ ਅਨਲਿਮਿਟਿਡ ਲਾਇਬਿਲਿਟੀ, ਜਸਟ ਲਾਈਕ ਸੋਲ ਪ੍ਰੋਪਰਾਈਟਰਸ਼ਿਪ, ਕਿ ਉਹਦੇ ਅੰਦਰ ਵੀ ਕੀ ਸੀ ਕਿ ਜੋ ਮਾਲਕ ਹੈ ਉਸ ਦੀ ਲਾਇਬਿਲਿਟੀ ਅਨਲਿਮਿਟਿਡ ਸੀ। ਹੁਣ ਅਨਲਿਮਿਟਿਡ ਦਾ ਕੀ ਮਤਲਬ ਹੁੰਦਾ ਹੈ ਕਿ ਅਗਰ ਬਿਜ਼ਨਸ ਦੀ ਲਾਇਬਿਲਿਟੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਬਿਜ਼ਨਸ ਦੀਆਂ ਐਸੈਟਸ ਨੂੰ ਵੇਚ ਕੇ ਵੀ ਉਹ ਲਾਇਬਿਲਿਟੀ ਪੂਰੀ ਨਹੀਂ ਹੋਈ, ਤਾਂ ਕੀ ਹੋਊਗਾ, ਜੋ ਮਾਲਕ ਹੈ ਉਸ ਦੀ ਪਰਸਨਲ ਪ੍ਰੋਪਰਟੀ ਉਹਨਾਂ ਲਾਇਬਿਲਿਟੀਆਂ ਦੇ ਨਾਲ ਅਟੈਚ ਕਰ ਦਿੱਤੀ ਜਾਂਦੀ ਹੈ। ਉਹਦੀ ਪਰਸਨਲ ਪ੍ਰੋਪਰਟੀ ਲਾਇਬਲ ਹੋਏਗੀ ਉਹਨਾਂ ਲਾਇਬਿਲਿਟੀਜ਼ ਨੂੰ ਪੇ ਕਰਨ ਦੇ ਲਈ। ਇਹਦਾ ਮਤਲਬ ਕਿ ਇੱਕ ਪਾਰਟਨਰ ਦਾ ਘਰ ਵੀ ਸੇਫ ਨਹੀਂ ਹੈ, ਉਹਦੀ ਵਾਈਫ ਦੀ ਜੁਐਲਰੀ ਸੇਫ ਨਹੀਂ ਹੈ, ਕਿਉਂਕਿ ਅਗਰ ਬਿਜ਼ਨਸ ਦੀ ਲਾਇਬਿਲਿਟੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਿਕੁਇਡੇਟ ਕਰ ਦਿੱਤੀਆਂ ਜਾਣਗੀਆਂ, ਵੇਚ ਦਿੱਤੀਆਂ ਜਾਣਗੀਆਂ ਬਿਜ਼ਨਸ ਦੀ ਲਾਇਬਿਲਿਟੀ ਨੂੰ ਪੂਰੀ ਕਰਨ ਦੇ ਲਈ। Liability of partners in a partnership business is unlimited, which means their personal properties are also attached with the liabilities of the firm if same are not settled with the assets of the firm। ਅਟੈਚ ਕਦੋਂ ਕੀਤੀਆਂ ਜਾਣਗੀਆਂ? ਜਦੋਂ ਫਰਮ ਦੀਆਂ ਐਸੈਟਸ ਉਸ ਲਾਇਬਿਲਿਟੀਜ਼ ਨੂੰ ਪੇ ਆਊਟ ਕਰਨ ਦੇ ਲਈ ਸક્ષਮ ਨਹੀਂ ਹੋਣਗੀਆਂ, ਉਸ ਨੂੰ ਪੇ ਨਹੀਂ ਕਰ ਪਾਉਣਗੀਆਂ, ਸਾਡੀ ਐਸੈਟ ਦੀ ਵੈਲਿਊ ਘਟ ਜਾਏਗੀ, ਉਦੋਂ ਉਹਦੀ ਪਰਸਨਲ ਜਿਹੜੀ ਪ੍ਰੋਪਰਟੀ ਹੈ ਉਸ ਨੂੰ ਅਟੈਚ ਕੀਤਾ ਜਾਏਗਾ। ਨੈਕਸਟ ਪੁਆਇੰਟ ਹੈ ਲਿਮਿਟਿਡ ਸੋਰਸਸ। ਦੇਖੋ ਲਿਮਿਟਿਡ ਸੋਰਸ ਦਾ ਮਤਲਬ ਕੀ ਹੈ? ਪਹਿਲਾਂ ਅਸੀਂ ਗੱਲ ਕੀਤੀ ਕਿ ਵਾਈਡਰ ਸੋਰਸ ਆਫ ਫਾਈਨਾਂਸ ਹੁੰਦਾ ਹੈ ਪਾਰਟਨਰਸ਼ਿਪ ਫਰਮ ਕੋਲ ਐਜ਼ ਕੰਪੈरेटिवली ਸੋਲ ਪ੍ਰੋਪਰਾਈਟਰਸ਼ਿਪ।
ਲੇਕਿਨ ਅਗਰ ਅਸੀਂ ਗੱਲ ਕਰੀਏ ਕਿ ਇੱਥੇ ਪਾਰਟਨਰਸ਼ਿਪ ਦੇ ਵਿੱਚ ਦੋ ਪਾਰਟਨਰ ਹੈ ਤਾਂ ਉਹਨਾਂ ਕੋਲ ਸੋਰਸ ਫਿਰ ਵੀ ਲਿਮਿਟਡ ਰਹਿਣਗੇ ਕਿ ਉਹ ਦੋ ਇਕੱਲੇ ਜਾਂ ਤਾਂ ਆਪਣਾ ਪਰਸਨਲ ਪੈਸਾ ਉਹਦੇ ਵਿੱਚ ਇਨਵੈਸਟ ਕਰਨਗੇ ਜਾਂ ਉਹ ਮਾਰਕੀਟ 'ਚੋਂ ਪੈਸਾ ਉਠਾਣਗੇ, ਉਧਾਰ ਦੇ ਉੱਪਰ ਲੋਨ ਵਗੈਰਾ ਲੈਣਗੇ। ਲੇਕਿਨ ਉਹ ਪਬਲਿਕ ਕੰਟਰੀਬਿਊਸ਼ਨ ਅਸੈਪਟ ਨਹੀਂ ਕਰ ਸਕਦੇ, ਪਬਲਿਕ ਡਿਪੋਜ਼ਿਟ ਨਹੀਂ ਕਰ ਸਕਦੇ, ਸ਼ੇਅਰਸ ਇਸ਼ੂ ਨਹੀਂ ਕਰ ਸਕਦੇ, ਡਿਬੈਂਚਰਸ ਨਹੀਂ ਇਸ਼ੂ ਕਰ ਸਕਦੇ, ਮਤਲਬ ਕਿ ਸਿਕਿਉਰਿਟੀਜ਼ ਇਸ਼ੂ ਨਹੀਂ ਕਰ ਸਕਦੇ ਲਾਈਕ ਕੰਪਨੀ ਕਾਈਂਡ ਆਫ ਬਿਜ਼ਨਸ। ਕਿ ਕੰਪਨੀ ਦੇ ਕੋਲ ਸੋਰਸ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਪਾਰਟਨਰਸ਼ਿਪ ਤੋਂ ਵੀ ਜ਼ਿਆਦਾ ਵਾਈਡ ਹੋਣਗੇ, ਕਿਉਂਕਿ ਕੰਪਨੀ ਕੋਲ ਕੁਝ ਸਿਕਿਉਰਿਟੀਜ਼ ਹੁੰਦੀਆਂ ਨੇ ਜੋ ਕਿ ਕੰਪਨੀ ਲਾਅ ਨੇ ਉਸ ਨੂੰ ਇਜਾਜ਼ਤ ਦਿੱਤੀ ਹੋਈ ਹੈ ਕਿ ਉਹ ਪਬਲਿਕ ਤੋਂ ਡਿਪੋਜ਼ਿਟ ਨੂੰ ਅਸੈਪਟ ਕਰ ਸਕਦੇ ਆ। ਮਤਲਬ ਕਿ ਪਬਲਿਕ ਤਾਂ ਹਿੱਸੇਦਾਰੀ ਪਵਾ ਸਕਦੇ ਆ। ਇੱਕ ਅਗਰ ਪਬਲਿਕ ਲਿਮਟਿਡ ਕੰਪਨੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੋ ਮੈਂਬਰਸ ਹੈ ਉਹ ਅਨਲਿਮਿਟਿਡ ਹੋ ਸਕਦੇ ਆ, ਲੇਕਿਨ ਪਾਰਟਨਰਸ਼ਿਪ ਦੇ ਮੈਂਬਰਸ ਮਤਲਬ ਪਾਰਟਨਰਸ ਉਹ ਅਨਲਿਮਿਟਿਡ ਨਹੀਂ ਹੋ ਸਕਦੇ, ਉਹ ਲਿਮਿਟਿਡ ਹੈ, ਉਹਨਾਂ ਦੀ ਗਿਣਤੀ ਹੈ। ਲੇਕਿਨ ਕੰਪਨੀ ਐਕਟ ਦੇ ਅੰਦਰ ਅਨਲਿਮਿਟਿਡ ਹੋ ਸਕਦੇ ਆ। ਇਹਦਾ ਮਤਲਬ ਉੱਥੇ ਸੋਰਸ ਆਫ ਫਾਈਨਾਂਸ ਬਹੁਤ ਵਾਈਡ ਹੈ, ਇੱਥੇ ਸੋਰਸ ਆਫ ਫਾਈਨਾਂਸ ਕੀ ਹੈ, ਲਿਮਿਟਿਡ ਹੈ। ਇਸ ਪੁਆਇੰਟ ਨੂੰ ਐਕਸਪਲੇਨ ਕੀਤਾ ਗਿਆ। ਫਾਈਨੈਂਸ਼ੀਅਲ ਰਿਸੋਰਸਿਸ ਆਫ ਪਾਰਟਨਰਸ਼ਿਪ ਬਿਜ਼ਨਸ ਆਰ ਲਿਮਿਟਿਡ to the extent of capital contribution by the partners and their ability of raising loan। ਜਿੰਨੀ ਕੁ ਉਹਨਾਂ ਦੀ ਐਬਿਲਿਟੀ ਹੈ ਲੋਨ ਰੇਜ਼ ਕਰਨ ਦੀ, ਜਿੰਨੀ ਕੁ ਉਹਨਾਂ ਦੀ ਐਬਿਲਿਟੀ ਸੀ ਆਪਣਾ ਪਰਸਨਲ ਪੈਸਾ ਬਿਜ਼ਨਸ 'ਚ ਇਨਵੈਸਟ ਕਰਨ ਦੀ, ਤੁਹਾਡੇ ਸੋਰਸਸ ਉੱਥੇ ਤੱਕ ਹੀ ਸੀਮਤ ਹੋਣਗੇ। ਇਟ ਕੈਨ ਨਾਟ ਅਸੈਪਟ ਪਬਲਿਕ ਡਿਪੋਜ਼ਿਟ, ਇਸ਼ੂ ਆਫ ਸ਼ੇਅਰਸ, ਸਿਕਿਉਰਿਟੀਜ਼ ਐਟਸੈਟਰਾ। मतलब कि पार्टनरशिप बिजनेस जो है पब्लिक तो डिपॉजिट असैप्ट नहीं कर सकता। इस करके इन्हां दे सोर्सेज जो होणगे फाइनांस दे वो लिमिटेड ही रहणगे। नैक्सट है लैक ऑफ कंटिन्यूटी। हुण ये प्रॉब्लम सोल प्रोप्राइटरशिप के अंदर भी सी कि जदों एक बंदा मर गया, मालिक ही मर गया, तो बिजनेस भी नाल दी नाल बंद हो जाएगा। हुण यही प्रॉब्लम पार्टनरशिप फॉर्म के अंदर भी है कि अगर किसी पार्टनर की डैथ हो जाती है, ਇਨਸੈਨਿਟੀ ਹੋ ਜਾਂਦੀ ਹੈ, ਇਨਸੋਲਵੈਂਸੀ ਹੋ ਜਾਂਦੀ ਹੈ ਆਫ ਦਾ ਪਾਰਟਨਰ, ਤਾਂ ਉੱਥੇ ਫਰਮ ਜਿਹੜੀ ਹੈ ਡਿਜ਼ੋਲਵ ਹੋ ਜਾਏਗੀ, ਬਿਜ਼ਨਸ ਬੰਦ ਹੋ ਜਾਏਗਾ। ਵਨ ਕੈਨ ਆਲਸੋ ਡਿਜ਼ੋਲਵ ਇਟ ਬਾय ਗਿਵਿੰਗ ਅ ਨੋਟਿਸ। ਇੱਕ ਪਾਰਟਨਰ ਜੋ ਹੈ ਇੱਕ ਫਰਮ ਨੂੰ ਖੁਦ ਵੀ ਡਿਜ਼ੋਲਵ ਕਰਵਾ ਸਕਦਾ ਹੈ। ਉਹ ਇੱਕ ਨੋਟਿਸ ਦੇਗਾ ਰਿਟਨ ਦੇ ਵਿੱਚ, ਕੋਰਟ ਨੂੰ ਆਰਡਰ ਦੇਗਾ, ਕਿਸੇ ਤਰੀਕੇ ਨਾਲ ਉਹ ਇਸ ਚੀਜ਼ ਦੀ ਜਿਹੜੀ ਪਟੀਸ਼ਨ ਹੈ ਉਹ ਪਾਏਗਾ, ਤਾਂ ਬਿਜ਼ਨਸ ਜਿਹੜਾ ਆਫਟਰ ਇਨਕੁਆਇਰੀ ਉਹ ਬੰਦ ਕੀਤਾ ਜਾ ਸਕਦਾ ਹੈ। ਇਹਦਾ ਮਤਲਬ ਲੈਕ ਆਫ ਕੰਟੀਨਿਊਟੀ ਇਹਦੇ ਅੰਦਰ ਹੈ। ਜਿਹੜੀ ਅਸੀਂ ਡੈਥ ਦੀ ਗੱਲ ਕਰਦੇ ਹਾਂ, ਇਨਸੈਨਿਟੀ ਮਤਲਬ ਕਿ ਕੋਈ ਪਾਗਲ ਹੋ ਜਾਂਦਾ ਹੈ, ਉਹਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ। ਇਨਸੋਲਵੈਂਸੀ ਦਾ ਮਤਲਬ ਕਿ ਅਗਰ ਪਾਰਟਨਰ ਪਰਸਨਲ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਜ਼ੀਰੋ ਹੋ ਜਾਂਦੀ ਹੈ, ਉਹਦੀਆਂ ਪਰਸਨਲ ਲਾਇਬਿਲਿਟੀਆਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਕਿ ਉਹਦਾ ਘਰ-ਬਾਰ ਸਾਰਾ ਕੁਝ ਵਿਕ ਜਾਂਦਾ ਹੈ, ਤਾਂ ਕੋਰਟ ਉਸ ਨੂੰ ਇੱਕ ਸਰਟੀਫਿਕੇਟ ਪ੍ਰੋਵਾਈਡ ਕਰ ਦਿੰਦਾ, ਦੈਟ ਇਜ਼ ਇਨਸੋਲਵੈਂਸੀ, ਜਿਹਨੂੰ ਅਸੀਂ ਪੰਜਾਬੀ ਹਿੰਦੀ 'ਚ ਦਿਵਾਲੀਆਪਨ ਕਹਿੰਦੇ ਹਾਂ ਕਿ ਇਸ ਬੰਦੇ ਦਾ ਦਿਵਾਲਾ ਨਿਕਲ ਗਿਆ। ठीक है। हुण जदों एक पार्टनर इंसॉल्वेंट हो जाता है, सो एज पर द कॉन्ट्रैक्ट एक्ट इंसॉल्वेंट पर्सन कैन नॉट मेक एनी काइंड ऑफ कॉन्ट्रैक्ट। वो कॉन्ट्रैक्ट नहीं कर सकता। हुण जदों वो कॉन्ट्रैक्ट नहीं कर सकता तो फिर वो किसी बिजनेस दे विच पार्टनर क्यों बन सकता है। उस तो बाद ओदी जो पार्टनर बनने की एबिलिटी है वो ही खत्म हो जाएगी। ठीक है ना, एक क्वालिफिकेशन है कि इंसॉल्वेंट नहीं होना चाहिए, लेकिन जदों इंसॉल्वेंट हो गया उस तो बाद वो पार्टनर जिहड़ा है फर्म दे विच एज अ पार्टनर वर्क नहीं कर सकता। हुण अगर असी गल करिए कि एक फर्म के 5 मैंबर सी, 5 पार्टनर सी, उन्हां चों एक दी डैथ हो गई, एक बंदा जिहड़ा है पागल हो गया, एक बंदा इंसॉल्वेंट हो गया, तद भी पिछे 2 पार्टनर बचदे आ। क्या हुण भी फर्म डिजोल्व होएगी? नहीं, डिजोल्व नहीं होएगी। जो 2 पार्टनर है वो कंटिन्यू कर सकते हैं। लेकिन अगर पार्टनर ही 2 सी, उन्हां चों एक बंदे की डैथ हो जाती है, जां वो पागल हो जाता है, जां उसका दिवालिया निकल जाता है, तो फिर पिछे एक पार्टनर बच गया। हुण एक पार्टनर तो पार्टनरशिप फर्म नहीं ना चला सकता, वो सोल प्रोप्राइटरशिप चला सकता, लेकिन वो पार्टनरशिप फर्म नहीं चला सकता। हाँ, ये भी नहीं है कि इमीजिएटली वो फर्म जी बंद कर दी जाएगी। उसनू बाय लॉ एक टाइम पीरियड मिलेगा, उस टाइम के अंदर अंदर अगर वो नवा पार्टनर अपॉइंट कर लेंदा है दैन वैल एंड गुड, फर्म कंटिन्यू कर जाएगी, अदरवाइज फर्म बंद हो जाएगी। म्यूचुअल डिसट्रस्ट अपना नैक्सट पॉइंट है। देखो, जिथे एक तो ज़्यादा पार्टनर होंदे आ उत्थे आपस दे विच जो विश्वास है उन्होंने मेनटेन करना बहुत मुश्किल है। अगर असी आपस की गल करिए कि असी 5 फ्रेंड सर्कल दे विच होइए तो 5 दे 5 आपस दे विच इन्ना ज़्यादा ट्रस्ट उन्हां च नहीं होऊगा, किते ना किते एक प्रॉब्लम जरूर आएगी कि मेरियां चुगलियां करदा होऊगा दूजे कोल,
ठीक है ना। सो ये म्यूचुअल ट्रस्ट जिहड़ा है इसनूं बना के रखना, मेनटेन करके रखना बहुत मुश्किल है। सो इत्थे चांसेस होणगे मिसअंडरस्टैंडिंग दे, चांसेस होणगे वेरीअस काइंड ऑफ कन्फ्लिक्शनस अराइज हो जांदियां ने पार्टनर दे अंदर। जिवें देखो जो बिजनेस स्टार्ट किया तो इक्वल कैपीटल लगाई, इक्वल प्रॉफिट शेयरिंग रेशो रखी, लेकिन जो असी ड्यूरिंग द ईयर वर्क देखते हैं, काम देखते हैं, तो एक पार्टनर अपना पूरा मन लगा के काम कर रहा और दूसरा जो है वो कह रहा ठीक है यार काम हो रहा ना, वो ज़्यादा जी नहीं लगा रहा अपने काम के अंदर। ਇਹਦਾ मतलब की है आने वाले टाइम के अंदर उन्होंने विचकार मिसअंडरस्टैंडिंग्स पैदा होणगियां, किसी पॉइंट के उपर कुछ कन्फ्लिक्शनस अराइज होणगियां विच मे लीड्स टू डिसोल्यूशन ऑफ फर्म। हुण ये कित्थे तक जा सकदियां ने मिसअंडरस्टैंडिंग्स, कन्फ्लिक्शनस, डिस्प्यूट अराइज होगा, डिस्प्यूट दे नाल की होगा, फर्म डिसोल्व हो जाएगी, फर्म बंद हो जाएगी। सो इस करके म्यूचुअल डिस्ट्रस्ट की जिहड़ी प्रॉब्लम है वो इस बिजनेस के अंदर हुंदी है। नैक्सट पॉइंट है लैक ऑफ पब्लिक फेथ। हुण क्योंकि कंपनी एक्ट के अंदर असी की पढ़िया कि कंपनी जो है वो अपने अकाउंट्स नूं पब्लिश करती है पब्लिकली, किसी न्यूज़पेपर के अंदर, किसी मैगजीन के अंदर या अपने ही डॉकूमेंट्स के अंदर। लेकिन जो सोल प्रोप्राइटर है ਜਾਂ जो पार्टनरशिप बिजनेस है ये अपना अकाउंट्स बाहर पब्लिश नहीं करते, जिस करके इन्हां दी सीक्रेसी तो मेनटेन होंदी है लेकिन पब्लिक फेथ गेन नहीं कर पाते इस तरह के बिजनेस, ड्यू टू नॉन डिस्कलोजर ऑफ अकाउंटिंग रिकॉर्ड्स टू द पब्लिक मे लीड्स टू लॉस ऑफ पब्लिक फेथ इन दिस काइंड ऑफ बिजनेस। पब्लिक यकीन नहीं करती, तुसी जिन्ना मर्जी कह लो कि सानू इस बार लॉस हो गया, असी इस बार ज़्यादा जिहड़ा है वो फायदे च नहीं रहे, जां असी ये नहीं कर सकते, असी वो नहीं कर सकते, असी पब्लिकली जो साडी एक रिस्पोंसिबिलिटी बनती है जिसनों असी सोशल मॉरल रिस्पोंसिबिलिटी कह दिंदे आ कि असी उस रिस्पोंसिबिलिटी नहीं निभा सकते ड्यू टू कि साडे खर्चे बहुत है, सानू इस बार ज़्यादा प्रॉफिट नहीं होया। पब्लिक इस तरह के बिजनेस के उपर फेथ नहीं करती क्योंकि प्राइवेट है, क्योंकि तुसी अपने अकाउंट कदे डिस्कलोज ही नहीं किए, पब्लिक नूं इस चीज़ बारे नहीं पता, इस करके तुहाडे उपर जो फेथ है वो पब्लिक का गेन नहीं होगा इन्ना। नैक्सट पॉइंट है डिले इन डिसीजन, क्योंकि अगर इकल्ला बंदा सी तो डिसीजन जल्दी ले लैंदा सी। हुण जिन्ने ज़्यादा मैंबर होणगे डिसीजन लैण दे अंदर उन्ने ही ज़्यादा अपने अपने पॉइंट ऑफ व्यू होणगे ते उन्हां दे उपर एग्री हो पाना मुश्किल है। सो इस करके की होगा डिले इन डिसीजन ड्यू टू इन्वॉल्वमेंट ऑफ मैनी पर्सनस इन द डिसीजन मेकिंग प्रोसैस देयर आर चांसेस ऑफ डिले टू टेक डिसीजनस। ये प्रॉब्लम सानू आ सकती है। क्लीयर, ये सी पॉइंट अपनी पार्टनरशिप बिजनेस दे कि पार्टनरशिप बिजनेस वो फीचर आप पहला डिस्कस कर ले सी, पार्टनरशिप डीड आप ऑलरेडी डिस्कस कर चुके, ये बेनिफिट्स और इसके नुकसान जो है वो आप अज डिस्कस किए। नैक्सट बिजनेस है लिमिटेड लाइबिलिटी पार्टनरशिप। हुण लिमिटेड लाइबिलिटी पार्टनरशिप की है जिस दे अंदर पार्टनर की लाइबिलिटी जो है वो लिमिटेड होएगी। हुण ये बिजनेस एक अलग एक्ट पास करके बनाया गया सी, तो इन्हों आप थोड़ा डिस्कस करते हैं की है। इट इज़ अ फॉर्म ऑफ कॉरपोरेट बिजनेस। देखो ये पॉइंट भी तुसी जिहड़े इत्थों आप लिखांगे, ये पॉइंट भी तुसी इहदे फीचर्स के अंदर ऐड कर सकते हो। इट इज़ अ फॉर्म ऑफ कॉरपोरेट बिजनेस। हुण कॉरपोरेट बिजनेस किहनूं कहा जाता है? कंपनी काइंड ऑफ बिजनेस जिहड़े है उन्होंने कॉरपोरेट बिजनेस कहा जाता है। ठीक है, सो LLP भी जो है इसनूं सोल प्रोप्राइटर की तरह एक प्योर प्राइवेट नहीं किया जाऊगा, इसनूं एक कॉरपोरेट बिजनेस के अंदर लिया जाऊगा। लाइबिलिटी ऑफ पार्टनर्स इज लिमिटेड टू द एक्सटेंट ऑफ देयर इन्वेस्टमेंट। हुण देखो पहले बिजनेस के अंदर की सी सोल प्रोप्राइटर ते पार्टनरशिप के अंदर की है कि उन्हां दी लाइबिलिटी अनलिमिटेड है, लेकिन इत्थे की है कि उहदी लाइबिलिटी लिमिटेड है टू द एक्सटेंट ऑफ देयर इन्वेस्टमेंट, कि जिन्नी इन्वेस्टमेंट की, सपोज करो एक जिहड़ा पार्टनर है उसने 10 लाख रुपये इन्वेस्ट किया तो उसकी लाइबिलिटी 10 तक है, उसका नुकसान 10 तक है। ਉਹਦੇ ਵਿੱਚੋਂ अगर उन्हें 10 की गारंटी ਲਈ है, सपोज करो कि मैं 10 पे करूँगा, ਉਹਦੇ ਚੋਂ 5 पे कर चुका तो उसकी लाइबिलिटी कितनी है? और जो अनपेड अमाउंट होएगी उसकी इन्वेस्टमेंट की वो उसकी लाइबिलिटी है। सो इस करके लाइबिलिटी ऑफ अ पार्टनर इज़ लिमिटेड टू द एक्सटेंट ऑफ देयर इन्वेस्टमेंट। ये पॉइंट जिहड़ा है कंपनी एक्ट के अंदर भी आऊगा, सो ध्यान रखना इस पॉइंट नूं। LLP हैज़ अ सैपरेट लीगल एंटिटी विद द परपैचुअल सक्सैशन।
ਹੁਣ ਦੇਖੋ ਅਗਰ ਅਸੀਂ ਸੋਲ ਪ੍ਰੋਪਰਾਈਟਰ ਜਾਂ ਕੰਪਨੀ ਦੀ ਗੱਲ ਕਰਦੇ ਸੀ, ਉੱਥੇ ਸੈਪਰੇਟ ਲੀਗਲ ਐਂਟਿਟੀ ਨਹੀਂ ਆਉਂਦੀ, ਉੱਥੇ ਪਰਪੈਚੁਅਲ ਸਕਸੈਸ਼ਨ ਨਹੀਂ ਆਉਂਦਾ। ਇਹਨਾਂ ਪੁਆਇੰਟਾਂ ਦਾ ਮਤਲਬ ਕੀ ਹੈ ਕਿ ਇੱਥੇ ਜੋ ਬਿਜ਼ਨਸ ਹੈ ਉਸ ਦਾ ਆਪਣੇ ਮਾਲਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਰ ਮਾਲਕ ਦੀ ਡੈਥ ਹੋ ਜਾਂਦੀ ਹੈ ਤਾਂ ਬਿਜ਼ਨਸ ਖਤਮ ਨਹੀਂ ਹੋਏਗਾ, ਬਿਜ਼ਨਸ ਕੰਟੀਨਿਊ ਰਹੇਗਾ। ਬਿਜ਼ਨਸ ਦੀਆਂ ਜੋ ਐਸੈਟਸ ਹੈ ਉਹ ਬਿਜ਼ਨਸ ਦੇ ਨਾਮ ਦੇ ਉੱਪਰ ਪਰਚੇਜ਼ ਕੀਤੀਆਂ ਜਾਣਗੀਆਂ। ਉਸ ਨੂੰ ਰਾਈਟ ਟੂ ਯੂਜ਼, ਰਾਈਟ ਟੂ ਡਿਸਪੋਜ਼ ਆਫ, ਉਹ ਸਾਰਾ ਰਾਈਟ ਕਿਹਦੇ ਕੋਲ ਰਹੇਗਾ? ਬਿਜ਼ਨਸ ਕੋਲ ਰਹੇਗਾ। ਜਸਟ ਲਾਈਕ ਕੰਪਨੀ ਤਰ੍ਹਾਂ। ਹੁਣ ਇਹ ਫੀਚਰ ਕੰਪਨੀ ਐਕਟ ਦੇ ਅੰਦਰ ਆਉਂਦੇ ਆ, ਉਹੀ ਫੀਚਰ LLP ਦੇ ਵੀ ਹੈਗੇ ਆ। ਪਾਰਟਨਰਸ਼ਿਪ ਐਕਟ 1932 ਸ਼ੈਲ ਨਾਟ ਅਪਲਾਈ ਔਨ ਇਟ। ਹੁਣ ਇਹ ਤੇ ਅਪਲਾਈ ਨਹੀਂ ਹੋਏਗਾ ਤਾਂ ਫਿਰ ਕਿਹੜਾ ਐਕਟ ਅਪਲਾਈ ਹੋਏਗਾ? 2008। ਇਸ ਦੇ ਲਈ ਇੱਕ ਸੈਪਰੇਟ ਐਕਟ ਬਣਾਇਆ ਗਿਆ ਸੀ 2008 ਦੇ ਅੰਦਰ, ਜਿਸ ਨੂੰ ਕਿ ਅਪਲਾਈ ਕੀਤਾ ਗਿਆ ਸੀ 31 ਮਾਰਚ 2009 ਫॉर LLP। ਹੁਣ ਆਪਾਂ ਇਸ ਦੇ ਫੀਚਰਸ ਦੇਖਦੇ ਹਾਂ। ਪਹਿਲਾ ਫੀਚਰ ਹੈ ਲਿਮਿਟਡ ਲਾਇਬਿਲਿਟੀ ਦਾ, ਕਿਉਂਕਿ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਕਿ ਉਸ ਦੀ ਜੋ ਲਾਇਬਿਲਿਟੀ ਹੈ that is limited up to the amount of his investment, और इन्वेस्टमेंट तक भी कितने? अनपेड मनी ऑफ देयर शेयर, कि जो उसने शेयर रखा, सपोज करो उन्हें कह देता कि मैं 10 लाख रुपया लगाना है, ਉਹਦਾ शेयर है कि 10 लाख रुपये तक जो उसने पे कर ਦਿੱਤਾ ਉਹ ਆਲਰੇਡੀ पे कर ਚੁੱਕਿਆ। ਜੋ ਅਨਪੇਡ ਅਮਾਊਂਟ ਰਹਿ ਜਾਂਦੀ ਹੈ ਉਸ ਨੂੰ ਅਸੀਂ ਬੋਲ ਦਿੰਦੇ ਹਾਂ ਉਹਦੀ ਲਾਇਬਿਲਿਟੀ। ਸੋ ਲਾਇਬਿਲਿਟੀ ਦੇਖੋ, ਇਹਨੂੰ ਹੋਰ ਵੀ ਅਗਰ ਅਸੀਂ ਡੈਪਥ ਨਾਲ ਸਮਝਦੇ ਹਾਂ, ਸਪੋਜ਼ ਕਰੋ ਕਿ ਇੱਕ ਸ਼ੇਅਰ ਦੀ ਵੈਲਿਊ, ਹੁਣ ਸ਼ੇਅਰ ਕੀ ਹੁੰਦਾ ਹੈ ਆਪਾਂ ਕੰਪਨੀ ਐਕਟ ਦੇ ਵਿੱਚ ਧਿਆਨ ਨਾਲ ਕਰਾਂਗੇ। ਇੱਥੇ ਆਪਾਂ ਜਸਟ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਪੋਜ਼ ਕਰੋ ਇੱਕ ਸ਼ੇਅਰ ਦੀ ਵੈਲਿਊ, ਇੱਕ ਸਰਟੀਫਿਕੇਟ ਦੀ ਵੈਲਿਊ 100 ਰੁਪਏ ਹੈ, ਔਰ ਤੁਸੀਂ ਉਸ ਤਰ੍ਹਾਂ ਦੇ 10,000 ਸ਼ੇਅਰ ਜਿਹੜੇ ਹੈ ਬਾਈ ਕਰਨੇ ਆ, ਤਾਂ 10,000 ਮਲਟੀਪਲਾਈ 100 ਤਾਂ ਕਿੰਨਾ ਹੋ ਜਾਊਗਾ? 10 ਲੱਖ ਰੁਪਈਸ ਹੋ ਜਾਊਗਾ। ਹੁਣ ਉਹਨਾਂ ਦੇ ਵਿੱਚੋਂ ਤੁਸੀਂ ਸਪੋਜ਼ ਕਰੋ ਕਿ 5,000 ਦੀ ਵੈਲਿਊ ਜੋ ਹੈ ਪੇ ਕਰ ਚੁੱਕੇ ਸੀ। ਕਿੰਨੀ ਪੇ ਕਰ ਚੁੱਕੇ? 5 ਲੱਖ ਰੁਪਈਸ। ਪਿੱਛੇ ਕੀ ਰਹਿ ਗਿਆ? 5 ਲੱਖ। ਤਾਂ ਤੁਹਾਡੀ ਜੋ ਲਾਇਬਿਲਿਟੀ ਹੈ ਉਹ ਕਿੰਨੀ ਹੋਏਗੀ? ਅਨਪੇਡ ਅਮਾਊਂਟ ਆਫ ਦ ਸ਼ੇਅਰਸ। ਜਿੰਨਾ ਸ਼ੇਅਰ ਸੀ ਉਹਦੀ ਜੋ ਅਨਪੇਡ ਅਮਾਊਂਟ ਹੈ ਉਹ ਤੁਹਾਡੀ ਲਾਇਬਿਲਿਟੀ ਹੈ, ਦੈਟ ਇਜ਼ 5 ਲੱਖ ਰੁਪਈਸ। ਨੈਕਸਟ ਹੈ ਪਰਪੈਚੁਅਲ ਸਕਸੈਸ਼ਨ। नो इफेक्ट ऑफ डेथ ऑफ पार्टनर ऑन द लाइफ ऑफ LLP। कि अगर पार्टनर की डेथ भी हो जाती है तो भी बिजनेस की लाइफ के उपर इस चीज़ का कोई इफेक्ट नहीं पेगा। नैक्सट है म्यूचुअल राइट्स एंड ड्यूटीज़ अकॉर्डिंग टू डीड। इस दे जो राइट होणगे वो डिसाइड किए जाणगे और जो पार्टनर दियाँ ड्यूटीज़ होणगियां वो भी डिसाइड किए जाणगियां। पॉइंट रह गया सी एक सैपरेट लीगल एंटिटी। हुण इस दी एक अपनी लीगल एंटिटी है, इस दी अपने नाम के उपर प्रॉपर्टी खरीदी जाएगी, इस दे अपने राइट होणगे उसनूं यूज़ करन दे, अपना का राइट है उसनूं सैल आउट भी करन दा। सो इस करके की है इस तरह के बिजनेस की एक सैपरेट लीगल एंटिटी होएगी जिस दी एंटिटी मालिक तो डिफरेंट होएगी। नैक्सट पॉइंट है नो लाइबिलिटी ऑफ पार्टनर इन केस ऑफ अनऑथराइज्ड एक्शन ऑफ अनदर पार्टनर। देखो जो पार्टनरशिप की असीं गल करते हैं ना, इत्थे पार्टनर के अपने एक राइट होंदे, अपने एक ओबलीगेशन होंदे आ और उसका एक अपना दायरा हुंदा, एक अपना स्कोप ऑफ ड्यूटी हुंदा है। जो उसके राइट लिख दिते, अगर उस राइट तो बाहर जाके बायॉन्ड हिज राइट्स वो कोई भी काम करूगा तो उसदे लिए वो परसनल लाइबल होएगा, दूसरे पार्टनर नूं लाइबल नहीं ठहरा सकता। हुण ये चीज़ जिहड़ी है हर एक बिजनेस के अंदर अप्लाई हुंदी है, चाहे असीं ये नॉर्मल पार्टनरशिप बिजनेस की गल कर लीए, चाहे असीं LLP की गल कर लीए, कि जो उसने अपने दायरे तो बाहर जाके काम किया उस दायरे लिए बाकी पार्टनर जिहड़े लाइबल नहीं होणगे। नो लाइबिलिटी ऑफ पार्टनर इन केस ऑफ अनऑथराइज्ड एक्शन ऑफ अनदर परसन। अनऑथराइज्ड जिहदे लई उसनूं फर्म ने अथॉरिटी ही नहीं दित्ती, अगर उन्हें वो काम किया तो वो लॉस तो बाकी पार्टनर का कोई लेना देना नहीं होएगा, वो खुद बीयर करेगा उसनों। नैक्सट पार्टनरशिप एक्ट 1932 शैल नॉट अप्लाई इन दिस काइंड ऑफ बिजनेस। आप ऑलरेडी डिस्कस कर चुके कि 2008 ਦੇ ਵਿੱਚ ਇਸ ਦਾ ਐਕਟ ਬਣਿਆ ਸੀ ਜਿਸ ਨੂੰ ਅਪਲਾਈ ਕੀਤਾ ਗਿਆ 31 ਮਾਰਚ 2009 ਦੇ ਅੰਦਰ। ਹੋਪਫੁਲੀ ਕਿ ਅੱਜ ਦਾ ਸਾਰਾ ਟੌਪਿਕ ਆਪਾਂ ਨੂੰ ਸਮਝ ਆ ਗਿਆ ਹੋਊਗਾ ਕਿ ਪਾਰਟਨਰਸ਼ਿਪ ਬਿਜ਼ਨਸ ਦੇ ਮੈਰਿਟਸ, ਉਸ ਦੀਆਂ ਡੀਮੈਰਿਟਸ ਕੀ ਹੈ और LLP बिजनेस जिहड़ा है वो की है, एक कॉरपोरेट काइंड ऑफ बिजनेस है जस्ट लाइक कंपनी।
ਉਹਦੀ ਤਰ੍ਹਾਂ ਹੀ ਹੈ। ਇਸ ਨੂੰ ਪਾਰਟਨਰਸ਼ਿਪ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ, ਬਟ ਉਸ ਦੇ ਨਾਲ ਸਿਮਿਲੈਰਿਟੀ 'ਚ ਨਹੀਂ ਦੇਖ ਸਕਦੇ। ਪਾਰਟਨਰਸ਼ਿਪ ਬਿਜ਼ਨਸ ਅਲੱਗ ਹੈ। ਠੀਕ ਹੈ ਜੀ, ਥੈਂਕਸ ਫॉर वाचिंग द वीडियो। प्लीज़ लाइक, सब्सक्राइब and share the channel for the next update. Thank you.